ਧੰਨ ਵਾਹਿਗੁਰੂ ਜੀਓ। ਸਤ 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 ਸਤਿਗੁਰੁਦੇਵ। ਝੂਠ 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 ਝੂਠਿਆਨ ਸਭ ਸੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਬੜੇ ਅਦਬ ਸਤਿਕਾਰ ਪ੍ਰੇਮ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਪਿਛਲੇ ਦੀਵਾਨਾਂ ਵਿੱਚ ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1166 ਅਤੇ 67 ਉੱਪਰ ਸੁਭਾਇਮਾਨ ਹੈ। ਕੁੱਲ 9 ਬੰਦਾਂ ਦਾ ਇਹ ਪਾਵਨ ਸ਼ਬਦ, ਜਿਸ ਦੇ ਰਹਾਉ ਵਾਲੇ ਬੰਦ ਨੂੰ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਵਿਚਾਰਨ ਦਾ ਯਤਨ ਕੀਤਾ ਸੀ। ਇਸ ਭਾਵ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕੀਤੀ ਕਿ ਭਗਤ ਨਾਮਦੇਵ ਸਾਹਿਬ ਮਹਾਰਾਜ ਇਸ ਪਾਵਨ ਸ਼ਬਦ ਅੰਦਰ ਪ੍ਰਕਾਸ਼ ਸਰੂਪ ਗੁਰੂ ਦੀ ਮਹਿਮਾ, ਵਡੱਪਣ ਔਰ ਜਿਸ ਵੀ ਜੀਵ ਦਾ ਸੰਬੰਧ ਜਦੋਂ ਗੁਰੂ ਨਾਲ ਬਣਦਾ ਹੈ, ਗੁਰੂ ਨਾਲ ਇੱਕ ਸਾਂਝ ਬਣਦੀ ਹੈ, ਗੁਰੂ ਨੂੰ ਜਿਸ ਵੇਲੇ ਜੀਵ ਸਮਰਪਿਤ ਹੁੰਦਾ ਹੈ, ਜਿਹੜੀਆਂ ਬਖਸ਼ਿਸ਼ਾਂ ਮਨੁੱਖੀ ਜੀਵਨ ਉੱਤੇ ਗੁਰੂ ਰਾਹੀਂ ਹੁੰਦੀਆਂ ਹਨ, ਭਗਤ ਜੀ ਨੇ ਉਹਨਾਂ ਸਭਨਾਂ ਦਾ ਇਸ ਸ਼ਬਦ ਦੇ ਰਾਹੀਂ ਵਰਣਨ ਕਰਕੇ ਗੁਰੂ ਨੂੰ ਸਮਰਪਿਤ ਹੋਣ ਦੇ ਉੱਤੇ ਮਨੁੱਖ ਨੂੰ ਪ੍ਰੇਰਨਾ ਕੀਤੀ ਹੈ। ਇਸ ਪਾਵਨ ਸ਼ਬਦ ਦਾ ਆਪਾਂ ਰਹਾਉ ਵਾਲਾ ਬੰਦ ਵਿਚਾਰਿਆ ਸੀ, ਇਸ ਕਰਕੇ ਸ਼ਬਦ ਲੰਮੇਰਾ ਹੈ। ਆਪਾਂ ਆਰੰਭ ਦੇ ਬੰਦ ਔਰ ਬਾਕੀ ਪੰਕਤੀਆਂ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ। ਭਗਤ ਜੀ ਮਹਾਰਾਜ ਆਰੰਭ ਦੇ ਵਾਕ ਵਿੱਚ ਫਰਮਾਉਂਦੇ ਹਨ, ਜੋ ਗੁਰਦੇਵ ਤਾਂ ਮਿਲੈ ਮੁਰਾਰ, ਜੋ ਗੁਰਦੇਵ ਤਾਂ ਉਤਰੈ ਪਾਰ। ਜੋ ਦਾ ਮਤਲਬ ਹੈ ਜਦੋਂ। ਪ੍ਰਕਾਸ਼ ਸਰੂਪ ਆਤਮਿਕ ਜੀਵਨ ਦਾ ਚਾਨਣ ਬਖਸ਼ਿਸ਼ ਕਰਨ ਵਾਲੇ ਗੁਰੂ ਨੂੰ ਜਿਸ ਵੇਲੇ ਜੀਵ ਸਮਰਪਿਤ ਹੁੰਦਾ ਹੈ ਤਾਂ ਮਿਲੇ ਮੁਰਾਰ। ਮੁਰਾਰ ਸ਼ਬਦ ਪਰਮੇਸ਼ਰ ਵਾਸਤੇ, ਰੱਬੀ ਹਸਤੀ ਵਾਸਤੇ ਵਰਤਿਆ ਹੈ। ਜੀਵ ਦਾ ਮਿਲਾਪ, ਜੀਵ ਦੀ ਇੱਕ ਸੁਰਤਾ ਪਰਮੇਸ਼ਰ ਦੇ ਨਾਲ ਬਣਦੀ ਹੈ। ਯਥਾ ਆਪਾਂ ਰੋਜ਼ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਾਕ ਆਸਾ ਦੀ ਵਾਰ ਦੀ ਪਾਵਨ ਬਾਣੀ ਵਿੱਚੋਂ ਪੜ੍ਹਦੇ ਹਾਂ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵਰਸਦਾ ਹੈ। ਇਹ ਬੜਾ ਅਹਿਮ ਨੁਕਤਾ ਹੈ ਬਾਣੀ ਦਾ ਸਮਝਣ ਵਾਲਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਵਿੱਚ ਇੱਕ ਬਹੁਤ ਲੰਬੀ ਚੌੜੀ ਐਕਸਪਲੇਨੇਸ਼ਨ, ਇੱਕ ਵਿਆਖਿਆ ਹੈ ਗੁਰੂ ਦੇ ਸੰਬੰਧ ਵਿੱਚ, ਪਰਮੇਸ਼ਰ ਦੇ ਸੰਬੰਧ ਵਿੱਚ। ਮਨੁੱਖ ਦੇ ਔਰ ਗੁਰੂ ਦੇ ਪ੍ਰਤੀ ਜਿਹੜਾ ਤਾਲਮੇਲ ਬਿਆਨ ਕੀਤਾ ਹੈ, ਉਹਦੀ ਵੀ ਬੜੀ ਲੰਬੀ ਚੌੜੀ ਵਿਆਖਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇਹ ਕਹਿੰਦੇ ਨੇ ਸਤਿਗੁਰ ਵਿੱਚ ਆਪ ਰਖਿਓਨ, ਤਾਂ ਫਿਰ ਬਾਣੀ ਦੇ ਵਿੱਚੋਂ ਹੀ ਪੜ੍ਹਦਿਆਂ ਸਾਨੂੰ ਇਹ ਵੀ ਪੰਕਤੀਆਂ ਮਹਾਰਾਜ ਦੀਆਂ ਪੜ੍ਹਨ ਵਾਸਤੇ ਪ੍ਰਾਪਤ ਹੁੰਦੀਆਂ ਹਨ ਕਿ ਵਾਹਿਗੁਰੂ ਤੇ ਸਭਨਾ ਵਿੱਚ ਹੀ ਹੈ। ਗੁਰੂ ਵਿੱਚ ਕਿਵੇਂ ਖਾਸ ਹੋਇਆ?
ਜਦੋਂ ਘਟ ਘਟ ਵਾਸੀ ਹੈ, ਜਦੋਂ ਹਰ ਹਿਰਦੇ ਵਿੱਚ ਉਹ ਮੌਜੂਦ ਹੈ, ਜਦੋਂ ਕੁੱਲ ਕਾਇਨਾਤ ਤੇ ਮਖਲੂਕ ਦੇ ਵਿੱਚ ਉਸ ਦੀ ਹੋਂਦ ਵਿਆਪਕ ਹੈ, ਤੇ ਸਤਿਗੁਰੂ ਜਦੋਂ ਇਹ ਬਖਸ਼ਿਸ਼ ਕਰਦੇ ਨੇ, ਸਤਿਗੁਰ ਵਿੱਚ ਆਪ ਰਖਿਓ ਨਾ, ਕਰ ਪ੍ਰਗਟ ਆਖ ਸੁਣਾਇਆ। ਨਾਲ ਹੀ ਅਗਲਾ ਸ਼ਬਦ ਮਹਾਰਾਜ ਨੇ ਵਰਤਿਆ, ਕਰ ਪ੍ਰਗਟ ਆਖ ਸੁਣਾਇਆ। ਸਾਰੀ ਜ਼ਮੀਨ ਦੇ ਵਿੱਚ ਪਾਣੀ ਹੁੰਦਾ ਹੈ, ਕਿਤੇ ਕਿਸੇ ਤਲ ਤੇ ਹੁੰਦਾ ਹੈ, ਕਿਤੇ ਕਿਸੇ ਤਲ ਤੇ ਹੁੰਦਾ ਹੈ, ਪਰ ਜਿੱਥੇ ਦਰਿਆ ਵਗ ਰਿਹਾ ਹੋਏ, ਨਦੀ ਵਗ ਰਹੀ ਹੋਵੇ, ਖੂਹ ਹੋਵੇ, ਟਿਊਬਵੈਲ ਹੋਵੇ, ਜ਼ਮੀਨ ਚੋਂ ਪਾਣੀ ਨਿਕਲ ਰਿਹਾ ਹੋਵੇ, ਤੁਸੀਂ ਆਪਣੀ ਪਿਆਸ ਉੱਥੇ ਜਾ ਕੇ ਬੁਝਾਉਂਦੇ ਹੋ। ਹੁਣ ਕੋਈ ਸਾਨੂੰ ਆਖੇ ਵੀ ਤੁਸੀਂ ਇੰਨੀ ਦੂਰ ਇੱਥੇ ਤੱਕ ਪਾਣੀ ਦੀ ਟੈਂਕੀ ਤੱਕ ਚੱਲ ਕੇ ਆਏ ਹੋ, ਪਾਣੀ ਦੇ ਸਰੋਵਰ ਤੱਕ ਆਏ ਹੋ, ਸਾਰੀ ਜ਼ਮੀਨ 'ਚ ਹੀ ਪਾਣੀ ਹੈ, ਤੁਸੀਂ ਉੱਥੋਂ ਪੀ ਲੈਂਦੇ। ਤੇ ਸਾਡਾ ਜਵਾਬ ਇਹ ਹੋਏਗਾ, ਉੱਥੇ ਪਾਣੀ ਧਰਤੀ ਦੇ ਵਿੱਚ ਸੀ, ਤੇ ਪਿਆਸਾ ਬੰਦਾ ਜਿਹੜਾ ਹੈ, ਉਹ ਤੇ ਪਾਣੀ ਜਿੱਥੇ ਜ਼ਾਹਰ ਉਹਨੂੰ ਦਿਸ ਰਿਹਾ, ਜਿੱਥੋਂ ਪੀ ਕੇ ਪਿਆਸ ਬੁਝਾ ਸਕੇ, ਉਹ ਤੇ ਉੱਥੇ ਹੀ ਜਾਏਗਾ ਨਾ। ਪਤਾ ਤੇ ਉਹਨੂੰ ਵੀ ਹੈ ਵੀ ਧਰਤੀ ਦੇ ਵਿੱਚ ਪਾਣੀ ਹੈ। ਪਰਮੇਸ਼ਰ ਸਾਡੇ ਸਭਨਾਂ ਵਿੱਚ ਹੈ, ਪਰ ਅਸੀਂ ਅਹਿਸਾਸ ਦੇ ਪੱਧਰ ਦੇ ਉੱਤੇ ਉਸ ਵਾਹਿਗੁਰੂ ਨੂੰ ਜਾਣਦੇ ਨਹੀਂ, ਬੁੱਝਦੇ ਨਹੀਂ। ਸਤਿਗੁਰੂ ਜਾਣਦਾ ਹੈ, ਸਤਿਗੁਰੂ ਬੁੱਝਦਾ ਹੈ, ਸਤਿਗੁਰੂ ਪਰਮੇਸ਼ਰ ਨੂੰ ਲਿਖਾਉਂਦਾ ਹੈ। ਜਦੋਂ ਅਸੀਂ ਸਤਿਗੁਰੂ ਦੇ ਨੇੜੇ ਹੁੰਦੇ ਹਾਂ ਤੇ ਗੁਰੂ ਮਹਾਰਾਜ ਆਪਣੇ ਵਰਗਾ ਚਾਨਣ ਸਾਡੇ ਜੀਵਨ ਵਿੱਚ ਪੈਦਾ ਕਰਦੇ। ਗੁਰੂ ਦਾ ਮਕਸਦ ਸਾਨੂੰ ਆਪਣੇ ਵਰਗਾ ਬਣਾ ਲੈਣਾ ਹੈ, ਆਪਣੇ ਜਿਹਾ ਕਰ ਲੈਣਾ ਹੈ। ਇਸੇ ਲਈ ਭਾਈ ਗੁਰਦਾਸ ਜੀ ਲਿਖਦੇ ਨੇ ਵੀ ਗੁਰੂ ਨਾਨਕ ਸਾਹਿਬ ਦੇ ਕੋਲ ਜਦੋਂ ਭਾਈ ਲਹਿਣਾ ਜੀ ਆਏ ਤੇ ਉਹ ਇਵੇਂ ਪ੍ਰਕਾਸ਼ਮਾਨ ਹੋ ਗਏ, ਉਹਨਾਂ ਅੰਦਰ ਆਤਮਿਕ ਰੋਸ਼ਨੀ ਐਵੇਂ ਹੋ ਗਈ ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਜਗਾ ਲਈਦਾ। ਸਤਿਗੁਰੂ ਸਾਨੂੰ ਇਸ ਤਰ੍ਹਾਂ ਦਾ ਚਾਨਣ ਬਖਸ਼ਦਾ ਹੈ, ਉਹ ਸਰਵ ਵਿਆਪੀ ਪਰਮੇਸ਼ਰ ਨੂੰ ਲਿਖਾ ਦਿੰਦਾ ਹੈ, ਜਣਾ ਦਿੰਦਾ ਹੈ, ਬੁਝਾ ਦਿੰਦਾ ਹੈ, ਸਮਝਾ ਦਿੰਦਾ ਹੈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਤਾ। ਤੋ ਪਰਮੇਸ਼ਰ ਦਾ ਮਿਲਾਪ ਜਿਹੜਾ ਹੈ ਉਹ ਗੁਰੂ ਦੇ ਰਾਹੀਂ ਸੌਖਿਆਂ ਤੇ ਸੰਭਵ ਹੁੰਦਾ ਹੈ। ਮਨੁੱਖ ਟੱਕਰਾਂ ਤੋਂ ਬਚ ਜਾਂਦਾ ਹੈ, ਭਰਮਾਂ ਭੁਲੇਖਿਆਂ ਤੋਂ ਬਚ ਜਾਂਦਾ ਹੈ। ਜੋ ਗੁਰਦੇਵ ਤਾਂ ਉਤਰੈ ਪਾਰ, ਸੰਸਾਰ ਇੱਕ ਭਵਜਲ ਹੈ ਜਿਸ ਤੋਂ ਜੀਵ ਨੇ ਆਪਣਾ ਪਾਰ ਉਤਾਰਾ ਕਰਨਾ ਹੈ। ਭਾਵ ਦੁਨੀਆ ਦੀ ਨੈਗੇਟਿਵਿਟੀ ਹੈ, ਬੁਰਾਈ ਹੈ, ਪਾਪ ਹੈ, ਜਿਹੜੀਆਂ ਚੀਜ਼ਾਂ ਮਨੁੱਖ ਦੇ ਜੀਵਨ ਨੂੰ ਉਲਝਾ ਕੇ ਪਲੀਤ ਕਰ ਦਿੰਦੀਆਂ ਨੇ। ਗੁਰੂ ਸਾਨੂੰ ਉਹਨਾਂ ਬੁਰਾਈਆਂ ਦੇ ਨਾਲ ਨਜਿੱਠਣ ਦੀ ਆਤਮਿਕ ਤਾਕਤ ਬਖਸ਼ਦਾ। ਉਹ ਸਾਨੂੰ ਇਸ ਸੰਸਾਰ ਦੀ ਬੁਰਾਈ ਦੇ ਨਾਲ, ਪਾਪ ਦੇ ਨਾਲ, ਇਸ ਜਗਤ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਚੀਜ਼ਾਂ ਤੋਂ ਨਿਰਲੇਪ ਕਿਵੇਂ ਰਿਹਾ ਜਾਏ, ਇਹ ਖੇਡ ਜੀਵਨ ਦੀ ਕਿਵੇਂ ਖੇਡੀ ਜਾਏ ਸਵਾਰ ਕੇ, ਸਾਨੂੰ ਸਤਿਗੁਰੂ ਇਵੇਂ ਪਾਰ ਉਤਾਰੇ ਦੀ ਜੁਗਤ ਆਪਣੀ ਬਾਣੀ ਵਿੱਚ ਦੱਸਦੇ ਆ। ਜੋ ਗੁਰਦੇਵ ਤਾਂ ਬੈਕੁੰਠ ਤਰੈ, ਜੋ ਗੁਰਦੇਵ ਤਾਂ ਜੀਵਤ ਮਰੈ। ਬੈਕੁੰਠ ਤਰੈ ਦਾ ਭਾਵ ਹੈ ਤਰ ਕੇ ਜੀਵ ਬੈਕੁੰਠ ਦਾ ਵਾਸੀ ਹੁੰਦਾ ਹੈ। ਇਹ ਕਿਸੇ ਮਰਨ ਤੋਂ ਬਾਅਦ ਵਾਲੇ ਸਵਰਗ ਦੀ ਦਸ਼ਾ ਨਹੀਂ। ਇਹ ਉਹੀ ਹੈ ਜਿਸ ਨੂੰ ਜਪਜੀ ਸਾਹਿਬ ਦੀ ਬਾਣੀ 'ਚ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਮਹਾਰਾਜ ਨੇ 5 ਖੰਡ ਬਾਣੀ ਵਿੱਚ ਬਿਆਨ ਕੀਤੇ ਨੇ। ਇਹ 5 ਖੰਡ ਸਾਡੇ ਸਮਝਣ ਗੋਚਰੇ ਹਨ। ਗਿਆਨ ਖੰਡ ਹੈ, ਧਰਮ ਖੰਡ ਹੈ, ਸ਼ਰਮ ਖੰਡ ਹੈ, ਕਰਮ ਖੰਡ ਹੈ, ਸੱਚ ਖੰਡ ਹੈ। ਹੁਣ ਅਸੀਂ ਕਈ ਵਾਰ ਸਮਝਦੇ ਹਾਂ ਵੀ ਇਹ ਖੰਡ ਸ਼ਾਇਦ ਕੋਈ ਇਸ ਤਰ੍ਹਾਂ ਦੇ ਲੋਕ ਹਨ ਵੀ ਪਹਿਲੋਂ ਬੰਦਾ ਇਸ ਖੰਡ ਵਿੱਚ ਪਹੁੰਚਦਾ ਹੈ, ਫਿਰ ਉਸ ਖੰਡ ਵਿੱਚ। ਇਹ ਸਾਡੇ ਆਤਮਿਕ ਮਾਨਸਿਕ ਪੈਂਡੇ ਹਨ, ਸਟੈਪ ਹਨ। ਇਹ 5 ਹੀ ਪੈਰਾਲਲ ਚੱਲਦੇ ਨੇ, ਅੱਡ ਅੱਡ ਨਹੀਂ ਵੀ ਸੱਚਖੰਡ ਕੋਈ ਵੱਖਰੀ ਚੀਜ਼ ਹੈ, ਕਰਮਖੰਡ ਕੋਈ ਵੱਖਰੀ ਚੀਜ਼ ਹੈ, ਸ਼ਰਮਖੰਡ ਕੋਈ ਵੱਖਰੀ ਚੀਜ਼ ਹੈ। ਨਹੀਂ, ਇਹ 5 ਹੀ ਇੱਕ ਜੀਵਨ ਜੁਗਤ, ਕਿਮ ਸਚਿਆਰਾ ਹੋਈ ਹੈ, ਕਿਮ ਕੂੜਾ ਟੁੱਟੈ ਪਾਲ। ਇਹਨਾਂ 5 ਨੂੰ ਜੀਵ ਇਕੱਠਿਆਂ ਹੰਡਾਉਂਦਾ ਹੈ। ਗਿਆਨ ਨੂੰ ਹੰਡਾਉਂਦਾ ਹੈ, ਸ਼ਰਮ ਨੂੰ ਹੰਡਾਉਂਦਾ ਹੈ, ਮਿਹਨਤ ਮਸ਼ੱਕਤ ਨੂੰ। ਮਨੁੱਖ ਉਸ ਜਗ੍ਹਾ ਦੇ ਉੱਤੇ ਕਰਮ ਨੂੰ ਹੰਡਾਉਂਦਾ ਹੈ, ਸੱਚ ਨੂੰ ਹੰਡਾਉਂਦਾ, ਹਰ ਇੱਕ ਚੀਜ਼ ਨੂੰ ਬਰਾਬਰ ਬਰਾਬਰ ਹੰਡਾਉਂਦਾ।
ਤੋ ਬੈਕੁੰਠ ਤਰੈ, ਤਰੈ ਦਾ ਮਤਲਬ ਹੈ ਜਦੋਂ ਜੀਵ ਦਾ ਵਿਸ਼ੇ ਵਿਕਾਰਾਂ ਤੋਂ ਪਾਰ ਉਤਾਰਾ ਹੋ ਜਾਂਦਾ ਹੈ, ਉਸ ਦਾ ਆਤਮਿਕ ਜੀਵਨ ਜਿਹੜਾ ਹੈ ਸਵਰਗਮਈ ਸੱਚਖੰਡ ਵਾਲਾ ਹੋ ਜਾਂਦਾ ਹੈ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਜੋ ਗੁਰਦਿਓ ਤਾਂ ਜੀਵਤ ਮਰੈ, ਜਿਉਂਦਿਆਂ ਹੀ ਜੀਵ ਮਰਨਾ ਸਿੱਖ ਲੈ। ਜਿਵੇਂ ਮਹਾਰਾਜ ਨੇ ਜੋਗੀ ਨੂੰ ਸਮਝਾਉਂਦਿਆਂ ਕਿਹਾ ਸੀ ਨਾ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਮ ਪਾਈਐ, ਨਾਨਕ ਜੀਵਤਿਆਂ ਮਰ ਰਹੀ ਹੈ। ਜਿਉਂਦਿਆਂ ਹੀ ਮਰ ਜਾਣਾ, ਜਿਉਂਦਿਆਂ ਮਰ ਜਾਣਾ ਕੀ ਹੈ? ਵੀ ਆਪਣੀਆਂ ਅੰਦਰ ਦੀਆਂ ਵਾਸ਼ਨਾਵਾਂ ਤੋਂ ਮੁਕਤ ਹੋ ਜਾਣਾ। ਮਨੁੱਖ ਜੀਵਤ ਹੈ, ਜਿਉਂਦਾ ਹੈ, ਜੀਵਨ ਦਾ ਆਨੰਦ ਮਾਣ ਰਿਹਾ ਹੈ, ਪਰ ਉਹ ਜੀਵਨ ਨੂੰ ਉਲਝਾਉਣ ਵਾਲੀਆਂ ਸਾਰੀਆਂ ਚੀਜ਼ਾਂ ਤੋਂ ਬਹੁਤ ਉੱਪਰ ਉੱਠ ਗਿਆ। ਭਾਵ ਵਿਕਾਰਾਂ ਵੱਲੋਂ ਮਰਿਆ ਹੋਇਆ ਹੈ, ਆਤਮਿਕ ਜੀਵਨ ਵਾਲੇ ਪਾਸੇ ਚੇਤਨ ਹੈ, ਸੁਚੇਤ ਹੈ। ਜਿਵੇਂ ਮੈਂ ਉਦਾਹਰਣ ਦਿੰਦਾ ਹਾਂ, ਸਤਿਗੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੇ ਬਾਬਤ, ਇਹ ਵੈਸੇ ਇਤਿਹਾਸ ਦੀਆਂ ਸਾਖੀਆਂ ਨੇ, ਕਿਸੇ ਰੂਪ 'ਚ ਵੀ ਹੋ ਸਕਦੀਆਂ ਨੇ, ਪਰ ਇਹਦੇ ਵਿੱਚੋਂ ਇੱਕ ਸਮਝਣ ਵਾਲਾ ਪੱਖ ਆਪਾਂ ਸਮਝਣਾ। ਸਾਖੀਕਾਰਾਂ ਨੇ ਇਵੇਂ ਇਸ ਨੂੰ ਰੂਪ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਗੰਭੀਰ, ਚੇਤਨ, ਸਹਿਜ ਵਿੱਚ, ਬੜੇ ਟਿਕਾਅ ਵਿੱਚ ਵੇਖਦਿਆਂ ਹੋਇਆਂ ਪਿਤਾ ਜੀ ਚਿੰਤਤ ਹੋਏ। ਪਿਤਾ ਦੀ ਚਿੰਤਾ ਦਾ ਵਿਸ਼ਾ ਇਹ ਹੋ ਸਕਦਾ ਹੈ, ਕਿਉਂਕਿ ਆਲੇ ਦੁਆਲੇ ਦਾ ਸਮਾਜ ਵੀ ਕਹਿੰਦਾ ਵੀ ਇਕਲੌਤਾ ਪੁੱਤਰ ਹੈ, ਤੁਸੀਂ ਪਟਵਾਰੀ ਹੋ, ਚੰਗਾ ਰਹਿਣ ਸਹਿਣ ਹੈ, ਰੱਜਿਆ ਪੁੱਜਿਆ ਪਰਿਵਾਰ ਹੈ, ਵੈਲ ਐਸਟੈਬਲਿਸ਼ ਫੈਮਿਲੀ ਹੈ, ਤੁਹਾਡਾ ਮਾਣ ਸਨਮਾਨ ਵੀ ਹੈ ਰੁਤਬੇ ਦੇ ਮੁਤਾਬਕ, ਅਮੀਰੀ ਦੇ ਮੁਤਾਬਕ, ਕੁੱਲ ਦੇ ਮੁਤਾਬਕ, ਜੋ ਕੁਝ ਵੀ ਹੁੰਦਾ ਮਨੁੱਖ ਕੋਲ ਮੁਯੱਸਰ, ਜਿਹਨੂੰ ਅਸੀਂ ਸਮਾਜ ਦਾ ਸਟੇਟਸ ਕਹਿੰਦੇ ਹਾਂ। ਪਰ ਤੁਹਾਡਾ ਇਕਲੌਤਾ ਪੁੱਤਰ ਤੁਹਾਡੇ ਜਿਹਾ ਨਹੀਂ, ਲੱਗਦਾ ਨਹੀਂ ਇਹ ਤੁਹਾਡੇ ਵਰਗੀ ਕੋਈ ਕਮਾਈ ਖੱਟੀ ਕਰੇ, ਕਿਸੇ ਉੱਚੇ ਇਸ ਤਰ੍ਹਾਂ ਦੇ ਮੁਕਾਮ ਤੇ ਪਹੁੰਚੇ, ਹੋਰ ਅਮੀਰੀ ਕਮਾਏ, ਪਦਾਰਥਕ ਦੌਲਤ, ਧਨ, ਇਹ ਸਾਰੀਆਂ ਚੀਜ਼ਾਂ ਸ਼ਾਇਦ ਇਹ ਤੁਹਾਡੇ ਵਾਂਗੂ ਇਕੱਠੀਆਂ ਨਾ ਕਰ ਸਕੇ। ਇੱਕ ਸਮਾਜ ਦੇ ਤਲ ਦੇ ਉੱਤੇ ਵਿਚਰਨ ਵਾਲਾ ਮਨੁੱਖ ਬੰਦਾ ਸੁਭਾਵਕ ਇਹਨਾਂ ਗੱਲਾਂ ਨੂੰ ਲੈ ਕੇ ਚਿੰਤਤ ਹੁੰਦਾ ਹੈ। ਬੱਚੇ ਵਿੱਚ ਦੂਜੇ ਬੱਚਿਆਂ ਵਰਗੀ ਸ਼ਰਾਰਤ ਨਹੀਂ ਹੈ, ਇਹ ਲੋਕਾਂ ਵਰਗੀਆਂ ਬੌਧਿਕ ਚਤੁਰਾਈਆਂ ਨੂੰ ਸਿੱਖਦਾ ਨਹੀਂ ਹੈ, ਨਾ ਉਹਨਾਂ ਚਤੁਰਾਈਆਂ ਦਾ ਮੁਜ਼ਾਹਰਾ ਕਰਦਾ, ਨਾ ਪ੍ਰਗਟਾਵਾ ਕਰਦਾ, ਨਾ ਇਹਦੇ ਅੰਦਰ ਉਹੋ ਜਿਹਾ ਰੋਸਾ ਹੈ, ਨਾ ਗਿਲਾ ਹੈ, ਨਾ ਚੀਜ਼ਾਂ ਦੀ ਮੰਗ ਦੀ ਇੱਛਾ ਹੈ, ਨਾ ਕਿਸੇ ਨਾਲ ਝਗੜਾ ਹੈ, ਨਾ ਮੁਕਾਬਲੇਬਾਜ਼ੀ ਹੈ। ਨਾਰਮਲ ਹੋਵੇ ਸਹੀ, ਆਪਾਂ ਇਹਨੂੰ ਕਹਿੰਦੇ ਬੰਦਾ ਨਾਰਮਲ। ਜੇ ਇਸ ਤਰ੍ਹਾਂ ਨਹੀਂ ਕਰਦਾ, ਸਾਡੇ ਪਰਿਵਾਰ 'ਚ ਕੋਈ ਬੱਚਾ ਹੋਵੇ, ਕੋਈ ਜੀ ਹੋਵੇ, ਆਪਾਂ ਕਹਿੰਦੇ ਸਿੱਧਾ ਹੈ ਵਿਚਾਰਾ, ਸਿੱਧਰਾ ਹੈ। ਹੁਣ ਜੇ ਉਹ ਸਾਡੇ ਵਾਂਗੂ ਝੂਠ ਬੋਲੇ, ਸਾਡੇ ਵਾਂਗੂ ਚਲਾਕੀਆਂ ਕਰੇ, ਸਾਡੇ ਵਾਂਗੂ ਜੋੜ ਤੋੜ ਕਰੇ, ਸਾਡੇ ਵਾਂਗੂ ਪ੍ਰਾਪੋਗੰਡਾ ਕਰੇ, ਸਾਡੇ ਵਾਂਗ ਹੀ ਉਹ ਬੜੀ ਹਰ ਤਰ੍ਹਾਂ ਨਾਲ ਰਿਐਕਟ ਜਿਵੇਂ ਅਸੀਂ ਕਰਦੇ ਹਾਂ, ਤੇ ਅਸੀਂ ਕਹਾਂਗੇ ਠੀਕ, ਸਿਆਣਾ ਹੋ ਰਿਹਾ ਬੱਚਾ। ਜੇ ਮੈਂ ਝੂਠਾ, ਮੇਰੇ ਤੋਂ 4 ਝੂਠ ਵੱਧ ਬੋਲੇਗਾ, ਤਾਂ ਮੈਂ ਆਖਾਂਗਾ ਬੜਾ ਚੁਸਤ ਚਲਾਕ ਹੈ, ਜ਼ਿੰਦਗੀ 'ਚ ਤਰੱਕੀ ਕਰੇਗਾ। ਕਿਉਂਕਿ ਅਸੀਂ ਜਾਣਦੇ ਹਾਂ ਸਾਡਾ ਸਟਰਕਚਰ ਹੀ ਸਮਾਜ ਦਾ ਇਹੋ ਜਿਹਾ, ਅਸੀਂ ਖੁਦ ਹੀ ਇਹੋ ਜਿਹੇ ਹਾਂ। ਅਸੀਂ ਐਵੇਂ ਹੀ ਸਟੈਬਲਿਸ਼ ਹੁੰਦੇ ਹਾਂ ਤੇ ਐਵੇਂ ਹੀ ਦੂਜਿਆਂ ਨੂੰ ਹੁੰਦਿਆਂ ਵੇਖਦੇ ਹਾਂ, ਤਾਂ ਅਸੀਂ ਸਮਝਦੇ ਹਾਂ ਵੀ ਇਹੀ ਜੀਵਨ ਹੈ। ਇਸ ਤਰ੍ਹਾਂ ਹੀ ਅੱਗੇ ਵਧਿਆ ਜਾਂਦਾ ਹੈ। ਅੱਗੇ ਵਧਣ ਦਾ ਅਰਥ ਹੀ ਇਹ ਹੈ। ਅੱਛਾ, ਹੋਰ ਤੁਸੀਂ ਵੇਖੋ, ਅਸੀਂ ਚਲਾਕੀ ਕਰੀਏ, ਚੁਸਤੀ ਕਰੀਏ, ਨਿੱਕੀ ਮੋਟੀ ਠਿੱਬੀ ਲਾ ਲਈਏ, ਕਿਸੇ ਨੂੰ ਚੀਟ ਕਰ ਲਈਏ, ਧੋਖਾ ਦੇ ਲਈਏ, ਅਸੀਂ ਕਹਿੰਦੇ ਜੀ ਦੁਨੀਆਦਾਰੀ ਮਜਬੂਰੀ ਹੈ। ਤੇ ਕੋਈ ਸਾਡਾ ਵੀ ਸਿਰਾ ਆ ਜਾਏ, ਸਾਨੂੰ ਹੀ ਠਿੱਬੀ ਲਾ ਜਾਏ, ਕੋਈ ਸਾਨੂੰ ਹੀ ਚੀਟ ਕਰ ਜਾਏ, ਤੇ ਅਸੀਂ ਕਹਿੰਦੇ ਜੀ ਕਲਯੁਗ ਹੈ। ਵੇਖੋ ਸੰਸਾਰ, ਦੁਨੀਆ ਜਿਹੜੀ ਹੈ ਮਰਨ ਤੇ ਆਈ ਹੈ। ਲੋਕਾਂ ਨੂੰ ਜੀਵਨ ਜਿਉਣ ਦਾ ਚੱਜ ਹੀ, ਲੋਕਾਂ 'ਚ ਧਰਮ ਹੀ ਨਹੀਂ ਰਿਹਾ। ਅੱਛਾ, ਜਦੋਂ ਅਸੀਂ ਕਰਦੇ ਹਾਂ ਤੇ ਅਸੀਂ ਕਹਿੰਦੇ ਵੀ ਦੁਨੀਆਦਾਰੀ ਹੈ, ਜਦੋਂ ਅਗਲਾ ਕਰਦਾ ਤੇ ਅਸੀਂ ਕਹਿੰਦੇ ਹਾਂ ਜੀ ਕਲਯੁਗ ਹੈ। ਇਹ ਕੀ ਗੱਲ ਹੋਈ? ਅਸੀਂ ਆਪਣੇ ਪੱਖ ਵਿੱਚ ਮਜਬੂਰੀ ਜ਼ਾਹਰ ਕਰਦੇ ਹਾਂ ਵੀ ਦੁਨੀਆ 'ਚ ਰਹਿਣਾ ਤੇ ਮੈਂ ਕਰਨਾ ਹੀ ਪਏਗਾ ਜੀ, ਇੰਨਾ ਝੂਠ ਤਾਂ ਬੋਲਣਾ ਹੀ ਪੈਂਦਾ ਹੈ, ਇੰਨਾ ਧੋਖਾ ਤੇ ਚੱਲਦਾ ਹੀ ਹੈ, ਇੰਨੀ ਬੇਈਮਾਨੀ ਤੇ ਚੱਲਦੀ ਹੈ, ਕੀ ਕਰੀਏ, ਮਜਬੂਰੀ ਹੈ। ਤੇ ਅਗਲਾ ਥੋੜੀ ਜੀ ਮਾਤਰਾ ਵਧਾ ਕੇ ਸਾਡੇ ਨਾਲ ਹੀ ਧੋਖਾ ਕਰ ਜਾਏ ਤੇ ਅਸੀਂ ਕਹਿ ਦਿੰਦੇ ਜੀ ਕਲਯੁਗ ਵੀ ਅਸੀਂ ਤੇ ਜਦੋਂ ਅਸੀਂ ਕਰਦੇ ਹਾਂ ਉਦੋਂ ਸਹੀ ਹੈ, ਜਦੋਂ ਦੂਜਾ ਕਰਦਾ ਉਦੋਂ ਗਲਤ ਹੈ। ਤੇ ਜਿਹੜਾ ਅਸੀਂ ਇਨਵਾਇਰਮੈਂਟ ਪੈਦਾ ਕਰ ਲਿਆ,
ਜਿਹੋ ਜਿਹਾ ਅਸੀਂ ਆਲਾ ਦੁਆਲਾ ਸਿਰਜ ਲਿਆ, ਜਦੋਂ ਅਸੀਂ ਦੌੜ ਹੀ ਪਏ ਵੀ ਝੂਠ ਦੇ ਪੈਰਾਂ ਨਾਲ ਹੀ ਦੌੜਨਾ ਹੈ, ਤੇ ਫਿਰ ਗਿਲਾ ਕਾਹਦਾ? ਜੇ ਧੋਖੇ ਨਾਲ ਹੀ ਭੱਜਣਾ ਹੈ ਤੇ ਗਿਲਾ ਕਾਹਦਾ? ਜੇ ਫਰੇਬ ਹੀ ਕਰਨਾ ਹੈ ਤੇ ਜੇ ਕਿਸੇ ਨੇ ਵੱਧ ਚਾਰ ਫਰੇਬ ਕਰ ਲਏ ਤੇ ਗਿਲਾ ਕਾਹਦਾ? ਫਿਰ ਅਸੈਪਟ ਕਰੋ। ਪਰ ਨਹੀਂ ਹੁੰਦਾ। ਜਾਣਦੇ ਹੁੰਦੇ ਹਾਂ ਅਸੀਂ ਇਹ ਗਲਤ ਹੈ, ਸਹੀ ਨਹੀਂ ਹੈ, ਇਹ ਡਿਸਟਰਬੈਂਸ ਹੈ, ਮਾਨਸਿਕ ਤੌਰ ਤੇ ਭਟਕਣਾ ਹੈ, ਤੇ ਅਸੀਂ ਸਾਰੇ ਹੀ ਇਸ ਰੋਗ ਦੇ ਸ਼ਿਕਾਰ ਹਾਂ। ਤੇ ਜਿਹੜਾ ਕੋਈ ਇਸ ਰੋਗ ਤੋਂ ਮੁਕਤ ਹੋਵੇ, ਸਾਨੂੰ ਲੱਗੇਗਾ ਨਾਰਮਲ। ਅਸਲ 'ਚ ਨਾਰਮਲ ਅਸੀਂ ਨਹੀਂ ਹੁੰਦੇ, ਕਹਿੰਦੇ ਅਸੀਂ ਉਹਨੂੰ ਇਹ ਨਾਰਮਲ ਨਹੀਂ। ਉਹ ਤੇ ਨਾਰਮਲ ਹੈ, ਨਾਰਮਲ ਤੇ ਅਸੀਂ ਨਹੀਂ ਹਾਂ। ਉਹ ਤਾਂ ਟਿਕਾਚ ਹੈ, ਟਿਕਾਚ ਤੇ ਅਸੀਂ ਨਹੀਂ ਹਾਂ। ਅਸੀਂ ਉਹਨੂੰ ਕਹਾਂਗੇ ਜੀ ਇਹਦਾ ਦਿਮਾਗ ਕੰਮ ਨਹੀਂ ਕਰਦਾ, ਇਹ ਬੜਾ ਸਿੱਧਰਾ ਹੈ, ਇਹਨੂੰ ਦੁਨੀਆਦਾਰੀ ਦਾ ਨਹੀਂ। ਦਰਅਸਲ 'ਚ ਸਾਡੇ ਵਾਂਗ ਚੀਟਰ ਨਹੀਂ ਬਣਨਾ ਚਾਹੁੰਦਾ, ਉਹਨੂੰ ਪਸੰਦ ਨਹੀਂ ਹੁੰਦਾ, ਅਸੀਂ ਉਹਨੂੰ ਕਹਿ ਦਿੰਦੇ ਦੁਨੀਆਦਾਰੀ ਨਹੀਂ ਆਉਂਦੀ। ਸਾਡੇ ਲਈ ਦੁਨੀਆਦਾਰੀ ਦੇ ਅਰਥ ਹੋਰ ਨੇ। ਤੋ ਕਹਿੰਦੇ ਨੇ ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੇ ਪ੍ਰਤੀ ਚਿੰਤਾ ਹੋਈ ਕਿ ਬੱਚਾ ਇਸ ਤਰ੍ਹਾਂ ਨਹੀਂ, ਕੋਈ ਚਲਾਕੀ, ਕੋਈ ਚੁਸਤੀ, ਕੋਈ ਬੱਚਿਆਂ ਵਰਗੀ ਸ਼ਰਾਰਤ, ਕੋਈ ਚੀਜ਼ਾਂ ਦੀ ਮੰਗ, ਕੋਈ ਜ਼ਿੰਦਗੀ ਦੇ ਵੱਡੇ ਸ਼ੌਂਕ। ਅਮੀਰ ਘਰ ਦਾ ਬੱਚਾ ਹੋਵੇ ਤੇ ਹੈ ਵੀ ਇਕਲੌਤਾ, ਤੇ ਧਿਆਨ ਵੀ ਉਹਦੇ ਉੱਤੇ ਬਾਰ-ਬਾਰ ਕੇਂਦਰਿਤ ਹੁੰਦਾ। ਤਾਂ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ, ਤਾਂ ਉਹ ਕੀ ਕਰਦੇ ਨੇ? ਕਦੀ ਵੈਦ ਨੂੰ ਬੁਲਾਉਂਦੇ ਨੇ, ਕਦੀ ਕਿਸੇ ਨੂੰ ਪੁੱਛਦੇ ਹੋ। ਸਮਾਜ 'ਚ ਇਹੋ ਜਿਹਾ ਹੀ ਹੈ ਨਾ ਵੀ ਇਹਨੂੰ ਕੋਈ ਓਪਰੀ ਕਸਰ, ਕੋਈ ਮਾਨਸਿਕ ਤੌਰ ਤੇ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਏ, ਤਾਂ ਵੈਦ ਪੁੱਛਦਾ ਆ ਕੇ। ਤਾਂ ਇਹ ਸਾਰੀ ਸਾਖੀ ਜਿਹੜੀ ਹੈ, ਇਹਦੇ ਵਿੱਚੋਂ ਨਿਚੋੜ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਇਹ ਉਹ ਕਹਿੰਦੇ ਜੀ ਤੁਹਾਨੂੰ ਕੋਈ ਰੋਗ ਤਾਂ ਨਹੀਂ, ਤੁਹਾਨੂੰ ਕੀ ਫੀਲ ਹੁੰਦਾ ਹੈ? ਆਪਣੇ ਤਜਰਬੇ ਦੇ ਆਧਾਰ ਦੇ ਉੱਤੇ ਵੈਦ ਨੇ ਅੱਖਾਂ ਵੇਖੀਆਂ, ਨਬਜ਼ ਟੋਈ, ਜ਼ਬਾਨ ਵੇਖੀ, ਭੁੱਖ ਬਾਰੇ ਪੁੱਛਿਆ, ਨੀਂਦ ਬਾਰੇ ਪੁੱਛਿਆ, ਕੀ ਸੋਚਦੇ ਹੋ, ਕੀ ਗੱਲ ਹੈ? ਮਹਾਰਾਜ ਨੇ ਆਖਿਆ ਮੈਨੂੰ ਤਾਂ ਕੋਈ ਗੱਲ ਨਹੀਂ, ਮੈਂ ਤਾਂ ਠੀਕ ਹਾਂ। ਨਹੀਂ ਤੁਹਾਨੂੰ ਕੋਈ ਪਰੇਸ਼ਾਨੀ ਹੈ? ਮਹਾਰਾਜ ਨੇ ਆਖਿਆ ਮੈਨੂੰ ਕੋਈ ਚਿੰਤਾਵਾਂ ਤੇ ਹਨ, ਪਰ ਉਹ ਚਿੰਤਾਵਾਂ ਇਸ ਤਰ੍ਹਾਂ ਦੀਆਂ ਨਹੀਂ ਜਿਨ੍ਹਾਂ 'ਚ ਮੈਂ ਮੁਬਤਲਾ ਹੋ ਕੇ ਮਾਨਸਿਕ ਤੌਰ ਤੇ ਡਿਸਟਰਬ ਹੋਵਾਂ ਜਾਂ ਪਰੇਸ਼ਾਨ ਹੋਵਾਂ। ਫਿਰ ਕਾਹਦੀ ਚਿੰਤਾ, ਕਾਹਦਾ ਚਿੰਤਨ ਕਰਦੇ ਹੋ ਤੁਸੀਂ? ਹਜ਼ੂਰ ਨੇ ਆਖਿਆ ਮੈਂ ਸਮਾਜ ਦੀ ਹਾਲਤ ਨੂੰ ਵੇਖਦਾ ਤੇ ਮੈਂ ਸੋਚਦਾ ਹਾਂ ਇਹਦਾ ਕੀ ਹੱਲ ਹੋ ਸਕਦਾ ਹੈ, ਇਹਦੇ ਬਾਰੇ ਕੀ ਕੀਤਾ ਜਾ ਸਕਦਾ। ਵੈਦ ਜੀ ਜਿਵੇਂ ਕੁਝ ਰੋਗ ਨੇ ਸਰੀਰ ਦੇ ਉਹ ਤੁਹਾਡੀ ਪਕੜ 'ਚ ਆ ਜਾਂਦੇ ਨੇ, ਕੁਝ ਰੋਗ ਤੁਹਾਡੀ ਪਕੜ 'ਚ ਨਹੀਂ ਆਉਂਦੇ। ਤੁਸੀਂ ਕੇਵਲ ਸਰੀਰ ਦੀ ਨਬਜ਼ ਤੋੜ ਸਕਦੇ ਹੋ, ਸਰੀਰ ਦੇ ਰੋਗ ਨੂੰ ਸਮਝ ਸਕਦੇ ਹੋ, ਪਰ ਜੋ ਮੈਂ ਸਮਝਦਾ, ਜੋ ਮੈਂ ਸੋਚਦਾ, ਸ਼ਾਇਦ ਉੱਥੋਂ ਤੱਕ ਤੁਸੀਂ ਨਾ ਪਹੁੰਚ ਸਕੋ। ਬੜਾ ਗਹਿਰਾ ਚਿੰਤਨ ਮਹਾਰਾਜ ਨੇ ਉਹਦੇ ਸਾਹਮਣੇ ਰੱਖਿਆ। ਹੁਣ ਇਹ ਸਾਖੀ ਦਾ ਇੱਕ ਭਾਵ ਜੋ ਮੈਂ ਉਦਾਹਰਣ ਆਪ ਜੀ ਦੇ ਸਾਹਮਣੇ ਰੱਖੀ ਹੈ ਕਿ ਗੁਰੂ ਨਾਨਕ ਮਹਾਰਾਜ ਜਿਹੜਾ ਮੰਨ ਲਓ 4 ਬੱਚੇ ਚਲਾਕ ਨੇ, ਗੁਰੂ ਸਾਹਿਬ ਵੈਸੀ ਚਲਾਕੀ ਨਹੀਂ ਕਰਦੇ। ਉਹ ਚਲਾਕ ਸਭਾ 'ਚ ਗੁਰੂ ਨਾਨਕ ਸਾਹਿਬ ਦੀ ਰਸਾਈ ਹੋ ਜਾਏਗੀ। ਉਹਨਾਂ ਦੀ ਖੇਡ ਵਰਗੀ ਗੁਰੂ ਨਾਨਕ ਸਾਹਿਬ ਮਹਾਰਾਜ ਖੇਡ ਖੇਡ ਲੈਣਗੇ, ਜਾਂ ਉਹਨਾਂ 'ਚ ਐਡਜਸਟਮੈਂਟ ਹੋਵੇਗੀ? ਨਹੀਂ ਹੋ ਸਕਦੀ। ਇਹਦਾ ਮਤਲਬ ਉਹ ਜਿਹੜੇ ਜੇ 4 ਸਾਥੀ ਨੇ ਤੇ ਉਹ 4 ਹੀ ਰਹਿਣਗੇ। 5ਵੇਂ ਗੁਰੂ ਨਾਨਕ ਮਹਾਰਾਜ ਨੇ ਉਹਨਾਂ 'ਚ ਰਲਣਾ ਨਹੀਂ, ਕਿਸੇ ਵੀ ਕੀਮਤ ਉੱਤੇ ਨਹੀਂ ਰਲਣਾ। ਉਹਨਾਂ ਵਾਸਤੇ ਗੁਰੂ ਨਾਨਕ ਦਾ ਹੋਣਾ, ਗੁਰੂ ਨਾਨਕ ਦਾ ਨਾ ਹੋਣਾ, ਤਲਵੰਡੀ 'ਚ ਹੋਣਾ ਜਾਂ ਤਲਵੰਡੀ ਤੋਂ ਬਾਹਰ ਹੋਣਾ ਇੱਕੋ ਜਿਹਾ ਹੀ ਹੈ। ਕਿਉਂਕਿ ਉਹਨਾਂ ਦੀ ਜ਼ਿੰਦਗੀ ਵਰਗੀ ਜ਼ਿੰਦਗੀ ਨਹੀਂ, ਉਹਨਾਂ ਦੇ ਸੁਭਾਅ ਵਰਗਾ ਸੁਭਾਅ ਨਹੀਂ, ਉਹਨਾਂ ਦੇ ਵਿਹਾਰ ਵਰਗਾ ਵਿਹਾਰ। ਤਾਂ ਸਤਿਗੁਰੂ ਮਹਾਰਾਜ ਅਗਲਾ ਵਾਕ ਬਖਸ਼ਿਸ਼ ਕਰਦੇ ਹਨ, ਜੋ ਗੁਰਦੇਵ ਤਾਂ ਨਾਮ ਦ੍ਰਿੜਾਵੈ। ਨਾਮ ਨੂੰ ਦ੍ਰਿੜ ਕਰਾਉਂਦਾ ਹੈ, ਹਿਰਦੇ ਵਿੱਚ ਪੱਕਿਆਂ ਕਰਦਾ ਹੈ, ਜਿਹਨੂੰ ਅਸੀਂ ਕਹਿੰਦੇ ਅਭਿਆਸ, ਪ੍ਰੈਕਟਿਸ। ਸਾਡੀ ਬਣਤਰ ਵਿੱਚ ਪਰਮੇਸ਼ਰ ਦਾ ਅਹਿਸਾਸ ਉਤਾਰ ਦੇਣਾ। ਜੋ ਗੁਰਦੇਵ ਨਾ ਦਹਿ ਦਿਸ਼ ਧਾਵੈ, ਫਿਰ ਮਨ ਦਸੀ ਪਾਸ਼ੀ। ਭਾਵ ਆਲੇ ਦੁਆਲੇ ਵਿਸ਼ੇ ਵਿਕਾਰਾਂ ਵੱਲ, ਈਰਖਾ, ਦਵੈਸ਼, ਨਿੰਦਾ, ਕਾਮ, ਵਾਸ਼ਨਾ, ਕ੍ਰੋਧ, ਇਹਨਾਂ ਸਭਨਾਂ ਵੱਲ ਧੌਂਦਾ ਨਹੀਂ, ਭਟਕਦਾ ਨਹੀਂ, ਟਿਕਾ ਵਿੱਚ ਰਹਿੰਦਾ। ਜੋ ਗੁਰਦੇਵ ਪੰਚ ਤੇ ਦੂਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮਾਨਸਿਕ ਤੌਰ ਦੇ ਉੱਤੇ ਮਨੁੱਖ ਨਿਰਲੇਪ ਰਹਿੰਦਾ। ਇਸ ਵਿੱਚ ਮਨ ਗ੍ਰਸਤ ਨਹੀਂ ਹੁੰਦਾ। ਜੋ ਗੁਰਦੇਵ ਨਾ ਮਰਬੋ ਝੂਰ। ਝੂਰ ਦਾ ਮਤਲਬ ਹੁੰਦਾ ਝੋਰਾ ਕਰਦੇ ਆ, ਚਿੰਤਾਵਾਂ ਵਿੱਚ ਗ੍ਰਸਤ ਹੋ ਕੇ ਅੰਦਰੋਂ ਕਰੁੱਝਦੇ ਰਹਿਣਾ, ਮਰਦੇ ਰਹਿਣਾ, ਖੱਪਦੇ ਰਹਿਣਾ, ਇਹ ਦਸ਼ਾ ਨਹੀਂ ਵਿਆਪਦੀ।
ਜੋ ਗੁਰਦਿਓ ਤਾਂ ਅੰਮ੍ਰਿਤ ਬਾਣੀ, ਜੋ ਗੁਰਦਿਓ ਤਾਂ ਅਕਥ ਕਹਾਣੀ। ਰਸਨਾ ਤੋਂ ਜਿਹੜੇ ਬੋਲ ਹਨ ਉਹ ਅੰਮ੍ਰਿਤ ਸਮਾਨ ਹੋ ਜਾਂਦੇ, ਸਾਦੇ, ਸਿੱਧੇ, ਸਪਸ਼ਟ ਔਰ ਮਿੱਠੇ ਵਾਕ। ਅਕਥ ਕਹਾਣੀ ਦਾ ਮਤਲਬ ਹੈ ਨਾ ਕਥੇ ਜਾਣ ਵਾਲੇ ਪਰਮੇਸ਼ਰ ਦੀ ਬਾਤ, ਉਸ ਦੀ ਸਿਫਤ ਸਲਾਹ ਮਨੁੱਖ ਨੂੰ ਪਿਆਰੀ ਲੱਗਦੀ ਹੈ, ਚੰਗੀ ਲੱਗਦੀ ਹੈ। ਜੋ ਗੁਰਦਿਓ ਤਾਂ ਅੰਮ੍ਰਿਤ ਦੇ, ਜੋ ਗੁਰਦਿਓ ਨਾਮ ਜਪ ਲੈ। ਜੀਵ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਦਾ ਹੈ ਤੇ ਇਸ ਦੇਹ ਨੂੰ ਅੰਮ੍ਰਿਤ ਸਮਾਨ ਕਰ ਲੈਂਦਾ। ਇਹਦੇ ਅੰਦਰ ਵਿਸ਼ੇ ਵਿਕਾਰ ਦੀ ਕੁੜੱਤਣ ਨਹੀਂ ਰਹਿ ਜਾਂਦੀ, ਜ਼ਹਿਰ ਤੇ ਬਿਖ ਨਹੀਂ ਰਹਿ ਜਾਂਦਾ, ਜਿਸ ਨੂੰ ਹਜ਼ੂਰ ਨੇ ਬਾਣੀ 'ਚ ਕਿਹਾ ਨਾ, ਬਿਖੈ ਬਨ ਫੀਕਾ ਤਿਆਗ ਰੀ ਸਕੀਏ, ਨਾਮ ਮਹਾਰਸ ਪੀਓ। ਤੇ ਆਪਾਂ ਇੱਕ ਵਾਕ ਮਹਾਰਾਜ ਦਾ ਪੜ੍ਹਦੇ ਹਾਂ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਰਜ਼ਾਈ। ਸੱਪ ਦੇ ਅੰਦਰ ਹੀ ਜ਼ਹਿਰ ਹੈ, ਜਿਸ ਦੀ ਪਰੇਸ਼ਾਨੀ ਉਹ ਖੁਦ ਹੀ ਹੰਢਾਉਂਦਾ ਹੈ। ਕੋਈ ਜੀਵਨ ਨੂੰ ਡੰਗ ਨਹੀਂ ਮਾਰਦਾ ਕਿ ਉਹਨੂੰ ਜ਼ਹਿਰ ਚੜ ਜਾਏ ਤੇ ਉਸ ਜ਼ਹਿਰ ਨਾਲ ਉਹ ਪਰੇਸ਼ਾਨ ਹੋ ਗਏ। ਤੋ ਸਤਿਗੁਰੂ ਮਹਾਰਾਜ ਇੱਥੇ ਮਿਹਰ ਕਰਦੇ ਹਨ, ਜੋ ਗੁਰਦਿਓ ਭਵਨ ਤ੍ਰੈ ਸੂਝੈ, ਜੋ ਗੁਰਦਿਓ ਊਚ ਪਦ ਬੂਝੈ। ਤਿੰਨਾਂ ਭਵਨਾਂ ਵਿੱਚ ਵਸਦੇ ਹੋਏ ਪਰਮੇਸ਼ਰ ਦੀ ਸੋਝੀ ਹੋ ਜਾਂਦੀ ਹੈ। ਉੱਚੀ ਆਤਮਿਕ ਅਵਸਥਾ ਦਾ ਗਿਆਨ ਸਮਝ ਮਨੁੱਖ ਨੂੰ ਪੈ ਜਾਂਦੀ ਕਿ ਇਸ ਜਿਹੜੇ ਤਲ ਤੇ ਅਗਿਆਨਤਾ ਦੇ ਤਲ ਤੇ ਮੈਂ ਜੀ ਰਿਹਾ, ਇਸ ਤੋਂ ਉੱਤੇ ਵੀ ਕੋਈ ਜੀਵਨ ਹੈ, ਇਸ ਤੋਂ ਉੱਤੇ ਵੀ ਜ਼ਿੰਦਗੀ ਦਾ ਕੋਈ ਆਨੰਦ ਹੈ। ਜੋ ਗੁਰਦਿਓ ਤਾਂ ਸੀਸ ਆਕਾਸ਼, ਜੋ ਗੁਰਦਿਓ ਸਦਾ ਸ਼ਾਬਾਸ਼। ਸੀਸ ਆਕਾਸ਼ ਦਾ ਮਤਲਬ ਹੈ ਸਿਰ ਆਕਾਸ਼ ਤੱਕ ਜਾ ਪਹੁੰਚਦਾ, ਭਾਵ ਆਤਮਿਕ ਰੁਤਬਾ ਉੱਚਾ ਹੋ ਜਾ। ਜਿਵੇਂ ਆਪਾਂ ਕਹਿੰਦੇ ਬੰਦੇ ਦਾ ਕੱਦ ਬੜਾ ਉੱਚਾ ਹੈ, ਹੁਣ ਕੱਦ ਨੂੰ ਜਿਹੜਾ ਹੈ ਉਹ ਸਰੀਰ ਨਾਲ ਨਹੀਂ ਮਾਪੇ ਨੇ। ਕੱਦ ਦਾ ਮਤਲਬ ਉੱਥੇ ਕਿਰਦਾਰ, ਉਸ ਬੰਦੇ ਦੀ ਸ਼ਾਨ, ਉਸ ਬੰਦੇ ਦੀ ਆਭਾ, ਉਸ ਬੰਦੇ ਦਾ ਪ੍ਰਭਾਵ ਹੁੰਦਾ। ਆਪਾਂ ਕਹਿੰਦੇ ਇਸ ਬੰਦੇ ਦਾ ਸਮਾਜ ਵਿੱਚ ਬੜਾ ਕੱਦ ਉੱਚਾ ਹੈ। ਜਦੋਂ ਇਸ ਸੈਂਟੈਂਸ ਵਿੱਚ ਇਹ ਗੱਲ ਮੁਹਾਵਰਾ ਵਰਤਿਆ ਜਾਏ ਤਾਂ ਉਹਦਾ ਮਤਲਬ ਹੁੰਦਾ ਹੈ ਇਸ ਬੰਦੇ ਦਾ ਪ੍ਰਭਾਵ ਸਮਾਜ ਵਿੱਚ ਬੜਾ ਚੋਖਾ ਹੈ, ਬੜਾ ਉੱਚਾ ਹੈ। ਤੋ ਸੀਸ ਆਕਾਸ਼ ਦਾ ਮਤਲਬ ਫਿਜ਼ੀਕਲੀ ਉੱਚੇ ਹੋਣਾ ਨਹੀਂ, ਸੀਸ ਆਕਾਸ਼ ਦਾ ਮਤਲਬ ਹੈ ਮਨੁੱਖ ਦੇ ਕਿਰਦਾਰ ਦੀ ਆਭਾ ਉੱਚੀ ਹੋ ਜਾਂਦੀ ਹੈ, ਬਹੁਤ ਉਚਾਈ ਤੇ ਸਿਖਰ ਤੇ ਪਹੁੰਚ ਜਾਂਦੀ ਹੈ। ਸਦਾ ਸ਼ਾਬਾਸ਼ ਦਾ ਮਤਲਬ ਹੈ ਸਦਾ ਹੀ ਵਾਹਿਗੁਰੂ ਦੇ ਦਰ ਤੋਂ ਇਸ ਨੂੰ ਆਤਮਿਕ ਤੌਰ ਤੇ ਮਾਣ ਹਾਸਲ ਹੁੰਦਾ। ਇਹ ਉੱਚੇ ਜੀਵਨ ਦੇ ਮਾਣ ਆਸਰੇ ਜੀਂਦਾ ਹੈ, ਦੁਨੀਆ ਦੀਆਂ ਵਡਿਆਈਆਂ ਆਸਰੇ ਨਹੀਂ ਜੀਂਦਾ। ਜੋ ਗੁਰਦਿਓ ਸਦਾ ਬੈਰਾਗੀ, ਜੋ ਗੁਰਦਿਓ ਪਰ ਨਿੰਦਾ ਤਿਆਗੀ। ਬੈਰਾਗੀ ਦਾ ਮਤਲਬ ਹੁੰਦਾ ਹੈ ਨਿਰਲੇਪ ਹੋਣਾ, ਮਾਇਆ ਦੇ ਪ੍ਰਭਾਵ ਤੋਂ, ਵਿਕਾਰ ਦੇ ਅਸਰ ਤੋਂ, ਮੰਦੀ ਸੰਗਤ ਦੇ ਅਸਰ ਤੋਂ ਬਿਲਕੁਲ ਸੁਰਤ ਮੁਕਤ ਰਹੇ। ਪਰਾਈ ਨਿੰਦਾ ਦਾ ਤਿਆਗ ਕਰ ਦਿੰਦਾ ਹੈ। ਦੂਸਰੇ ਦੀ ਨਿੰਦਾ ਵਿੱਚੋਂ ਆਪਣੇ ਜੀਵਨ ਦਾ ਸਵਾਰਥ ਨਹੀਂ ਲੱਭਦਾ, ਦੂਜੇ ਦੀ ਨਿੰਦਾ ਵਿੱਚੋਂ ਜ਼ਿੰਦਗੀ ਦਾ ਰਸ ਨਹੀਂ ਲੱਭਦਾ। ਜੋ ਗੁਰਦਿਓ ਬੁਰਾ ਭਲਾ ਏਕ, ਜੋ ਗੁਰਦਿਓ ਲਿਲਾਟਹਿ ਲੇਖ। ਬੁਰਾ ਭਲਾ ਏਕ ਦਾ ਮਤਲਬ ਹੈ ਉਹਨੂੰ ਬੁਰੇ ਵਿੱਚ ਵੀ ਪਰਮੇਸ਼ਰ ਨਜ਼ਰ ਆਉਂਦਾ ਹੈ, ਉਹ ਬੁਰੇ ਦਾ ਵੀ ਭਲਾ ਕਰਨਾ ਚਾਹੁੰਦਾ ਹੈ ਤੇ ਭਲੇ ਵਿੱਚ ਤਾਂ ਉਹਨੂੰ ਦੀਦਾ ਹੀ ਦੀਦਾ ਹੈ। ਇਹ ਵਾਕ ਬੜਾ ਅਹਿਮ ਹੈ। ਇਸ ਵਾਕ ਦੇ ਅਸੀਂ ਕਈ ਵਾਰ ਇਹ ਅਰਥ ਵੀ ਲੈ ਲੈਂਦੇ ਹਾਂ ਕਿ ਬੁਰੇ ਨੂੰ ਤਾਂ ਬੁਰਾ ਹੀ ਕਹਿਣਾ ਚਾਹੀਦਾ, ਬੁਰੇ ਨੂੰ ਬੁਰਾ ਕਹਿਣਾ ਹੈ, ਪਰ ਉਸ ਬੁਰਾਈ ਨੂੰ, ਉਸ ਮਨੁੱਖ ਦੇ ਬੁਰੇਪਨ ਨੂੰ ਦੂਰ ਕਰਨ ਦਾ ਸਾਡੇ ਕੋਲ ਹੱਲ ਕੀ ਹੈ? ਧਿਆਨ ਵਿੱਚ ਇਹਦਾ ਮਤਲਬ ਇਹ ਨਹੀਂ ਵੀ ਚੋਰ ਨੂੰ ਵੀ ਤੁਸੀਂ ਸਾਧ ਆਖੀ ਜਾਓ, ਇਹਦਾ ਭਾਵ ਹੈ ਬਿਲਕੁਲ ਨਹੀਂ। ਚੋਰ ਕੀ ਹਾਮਾ ਭਰੇ ਨਾ ਕੋਈ, ਝੂਠਾ ਹੈ, ਧੋਖੇਬਾਜ਼ ਹੈ, ਪਾਪੀ ਹੈ, ਗੁਨਾਹਗਾਰ ਹੈ, ਜ਼ਾਲਮ ਹੈ, ਉਹਦੇ ਇਹਨਾਂ ਮੰਦੇ ਅਮਲਾਂ ਦੇ ਉੱਤੇ ਟਰਸਟ ਨਹੀਂ ਕਰਦਾ ਉਹ, ਪਰ ਉਸ ਮਨੁੱਖ ਵਿੱਚ ਵੀ ਪਰਮੇਸ਼ਰ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ, ਇਸ ਕਰਕੇ ਉਹਦੇ ਭਲੇ ਲਈ ਯਤਨਸ਼ੀਲ ਹੁੰਦਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਜਣ ਕੋਲ ਜਾਂਦੇ ਤਾਂ ਪਾਤਸ਼ਾਹ ਅੱਗੇ ਫਰਮਾਉਂਦੇ ਨੇ ਲਿਲਾਟਾ ਲੇਖ। ਲਿਲਾਟ ਮੱਥੇ ਨੂੰ ਕਹਿੰਦੇ ਨੇ, ਮੱਥੇ ਦੇ ਲੇਖ ਉਜਲੇ ਹੋ ਜਾਂਦੇ ਨੇ, ਭਾਵ ਮਨੁੱਖ ਦੀ ਸੁਰਤ ਜਿਹੜੀ ਹੈ ਉਹ ਸਿੱਧੇ ਰਾਹ ਤੇ ਚੱਲ ਪੈਂਦੀ। ਉਹਦੇ ਅੰਦਰ ਦੇ ਜਿਹੜੇ ਸੰਕਲਪ ਹਨ, ਜਿਹੜੇ ਅੰਦਰ ਦੇ ਚੰਗੇ ਫੁਰਨੇ ਹਨ,
ਉਹਦੇ ਕਰਮ ਰਾਹੀਂ ਉੱਭਰ ਪੈਂਦੇ ਹਨ। ਜੋ ਗੁਰਦਿਓ ਕੰਧ ਨਹੀਂ ਹਿਰੈ, ਸਰੀਰ ਦੀ ਕੰਧ ਵਿਕਾਰਾਂ ਕਰਕੇ ਡਿੱਗਦੀ ਨਹੀਂ, ਭਾਵ ਸਰੀਰ ਮੰਦੇ ਅਮਲਾਂ ਵਿੱਚ ਗਰਕ ਨਹੀਂ ਹੁੰਦਾ। ਜੋ ਗੁਰਦਿਓ ਦੇਹੁਰਾ ਫਿਰੈ, ਗੁਰੂ ਦੀ ਬਖਸ਼ਿਸ਼ ਤੇ ਗੁਰੂ ਦੀ ਰਹਿਮਤ ਦੇ ਨਾਲ ਹਰ ਜਗ੍ਹਾ ਦੇ ਉੱਤੇ ਉਹ ਸਤ ਸੰਗਤ ਦੇ ਆਸਰੇ ਨਾਲ ਜੀਂਦਾ ਹੈ। ਜੋ ਗੁਰਦਿਓ ਤਾਂ ਛਾਪਰ ਛਾਈ, ਜਿਵੇਂ ਕਿਸੇ ਬੇਘਰੇ ਨੂੰ ਘਰ ਮਿਲ ਜਾਏ, ਰਹਿਣ ਲਈ ਛਪਰੀ ਮਿਲ ਜਾਏ। ਇਹ ਸ਼ਬਦ ਆਪਾਂ ਅੱਗੇ ਵਿਚਾਰਿਆ। ਭਗਤ ਜੀ ਆਖਦੇ ਨੇ ਉਹਦੇ ਸਿਰ ਦੇ ਉੱਤੇ ਛਪਰੀ ਭਾਵ ਛੰਨ ਭਾਵ ਛੱਤ ਪੈ ਜਾਂਦੀ ਹੈ, ਉਹ ਨਿੱਜ ਘਰ ਵਿੱਚ ਵਸੇਬਾ ਪਾ ਲੈਂਦਾ ਹੈ। ਜੋ ਗੁਰਦਿਓ ਸਿਹਜ ਨਿਕ ਜਾਈ, ਮਨੁੱਖ ਨੇ ਜਿਸ ਨਿੱਜੀ ਘਰ ਹਿਰਦੇ ਦੀ ਸੇਜ ਉੱਤੇ ਸਹਿਜ ਦਾ ਟਿਕਾ ਦਾ ਆਸਣ ਲਾਉਣਾ ਹੁੰਦਾ ਹੈ, ਜਦੋਂ ਉਹ ਹਿਰਦਾ ਵਿਕਾਰਾਂ ਵਿੱਚ ਘਿਰਿਆ ਹੋਵੇ। ਮੰਨ ਲਓ ਅਸੀਂ ਸੌਣਾ ਚਾਹੁੰਦੇ ਹਾਂ, ਸਾਡੇ ਬੈੱਡ ਦੇ ਆਲੇ ਦੁਆਲੇ ਕੋਈ ਰੌਲਾ ਪਾਈ ਜਾਏ, ਚੀਕਾਂ ਮਾਰੀ ਜਾਏ, ਤਾਂ ਸਾਡੇ ਆਰਾਮ 'ਚ ਖਲਲ ਪਏਗਾ। ਜੇ ਸਾਡੇ ਹਿਰਦੇ ਦੇ ਵਿੱਚ ਵਿਸ਼ੇ ਵਿਕਾਰ ਹਰ ਵੇਲੇ ਡੰਡ ਪਾਉਂਦੇ ਹਨ, ਤਾਂ ਸਾਡੇ ਅੰਦਰ ਸਹਿਜ ਨਹੀਂ ਹੋ ਸਕਦਾ, ਟਿਕਾਊ ਨਹੀਂ ਬਣ। ਤੋ ਹਿਰਦੇ ਦੀ ਸੇਜ ਨੂੰ ਨੁਕਸਾ ਕੱਢ ਲੈਂਦਾ ਹੈ ਵਿਕਾਰਾਂ ਦੇ ਸ਼ੋਰ ਸ਼ਰਾਬੇ ਤੋਂ। ਜੋ ਗੁਰਦਿਓ ਤਾਂ 68 ਨਹਾਇਆ, ਸਮਝੋ ਉਸਨੇ 68 ਤੀਰਥ ਨਹਾ ਲੈ। ਉਹਦਾ ਅੰਤਰ ਆਤਮਾ ਹੀ ਅੰਤਰਗਤ ਤੀਰਥ ਮਲ ਨਾ ਹੋ। ਤਨ ਚੱਕਰ ਲਗਾਇਆ, ਤਨ ਚੱਕਰ ਲਗਾਇਆ ਦਾ ਮਤਲਬ ਹੈ ਜਿਵੇਂ ਵੈਰਾਗੀ ਵੈਸ਼ਨੋ ਸਰੀਰ ਦੇ ਉੱਤੇ ਖਾਸ ਕਿਸਮ ਦੇ ਚਿੰਨ੍ਹ ਚੱਕਰ ਬਣਾਉਂਦੇ ਨੇ। ਇਹ ਉਹਨਾਂ ਦੇ ਧਰਮ ਪਹਿਰਾਵੇ ਦਾ ਔਰ ਉਹਨਾਂ ਦੇ ਭਗਤ ਹੋਣ ਦਾ ਪ੍ਰਮਾਣ ਹੁੰਦਾ ਵੀ ਫਲਾਂ ਸੰਪਰਦਾ ਦੇ ਭਗਤ ਨੇ, ਫਲਾਂ ਸੰਪਰਦਾ ਦੇ ਸਾਧੂ ਨੇ। ਵਾਹਿਗੁਰੂ ਪਰਮੇਸ਼ਰ ਦਾ ਅਹਿਸਾਸ ਹੀ ਉਹਦੇ ਤਨ ਦਾ ਚੱਕਰ, ਇਹੀ ਉਹਦੀ ਪਛਾਣ। ਉਹਨੂੰ ਕੋਈ ਭੇਖ ਨਹੀਂ ਧਾਰਨ ਕਰਨਾ ਪੈਂਦਾ। ਜੋ ਗੁਰਦਿਓ ਤਾਂ ਦੁਆਦਸ ਸੇਵਾ, ਜੋ ਗੁਰਦਿਓ ਬਿਖੈ ਸਭੈ ਬਿਖ ਮੇਵਾ। ਦੁਆਦਸ 10 ਤੇ 2 12, 12 ਕਿਸਮ ਦੀ ਸੇਵਾ ਮੰਨੀ ਗਈ ਹੈ। ਜਿਵੇਂ ਫੁੱਲ ਤੋੜ ਕੇ ਭੇਟਾ ਕਰਨੇ, ਨੈਵੇਦ ਕਰਨਾ, ਮੰਤਰ ਪੜ੍ਹਨਾ, ਮੱਥਾ ਟੇਕਣਾ, ਪ੍ਰਕਰਮਾ ਕਰਨੀ, ਤੀਰਥ ਨਹਾਉਣਾ, ਕੁਝ ਮੰਤਰ ਪੜ੍ਹ, ਇਸ ਤਰ੍ਹਾਂ 12 ਕਿਸਮ ਦੇ ਕਰਮ। ਇਹ 12 ਕਿਸਮ ਦੀ ਸੇ ਭਾਵ ਉਸ ਨੂੰ ਕੋਈ ਮਿੱਥ ਕੇ ਕਰਮ ਕਾਂਡੀ ਮਾਰਗ ਤੇ ਗਿਣਤੀ ਮਿਣਤੀ ਦੇ ਕਰਮ ਨਹੀਂ ਕਰਨੇ ਪੈਂਦੇ। ਗੁਰੂ ਨੂੰ ਮਿਲਣਾ ਹੀ ਉਸ ਦੀ ਹਰ ਕਿਸਮ ਦੀ ਸੇਵਾ ਹੈ। ਫਿਰ ਆਖਦੇ ਨੇ ਬਿਖੈ ਸਭੈ ਬਿਖ ਮੇਵਾ। ਉਸ ਦੇ ਅੰਦਰ ਦਾ ਸਾਰਾ ਬਿਖ ਜ਼ਹਿਰ ਵਿਸ਼ੇ ਵਿਕਾਰਾਂ ਦਾ ਖਤਮ ਹੋ ਜਾਂਦਾ ਹੈ ਤੇ ਉਹ ਮਿੱਠਾ ਫਲ ਆਤਮਕ ਫਲ ਉਸ ਨੂੰ ਹਾਸਲ ਹੁੰਦਾ। ਜੋ ਗੁਰਦਿਓ ਤਾਂ ਸੰਸਾ ਟੂਟੈ, ਜੋ ਗੁਰਦਿਓ ਤਾਂ ਜਮ ਤੇ ਛੂਟੈ। ਉਹਦੇ ਅੰਦਰ ਦੇ ਸਹਿਮ ਤੇ ਸੰਸੇ ਛੁੱਟ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਉਹ ਆਤਮਕ ਮੌਤ ਦੀ ਫਾਈ ਵਿੱਚੋਂ ਨਿਕਲ ਜਾਂਦਾ ਹੈ, ਆਤਮਕ ਜੀਵਨ ਮਾਣਦਾ ਹੈ। ਜੋ ਗੁਰਦਿਓ ਤਾਂ ਭਉਜਲ ਤਰੈ, ਸੰਸਾਰ ਭਉਜਲ ਨੂੰ ਤਰ ਪੈਂਦਾ ਹੈ, ਇਸ ਵਿੱਚ ਡੁੱਬਣ ਤੋਂ ਉੱਭਰ ਜਾਂਦਾ ਹੈ, ਬਚ ਜਾਂਦਾ ਹੈ। ਜੋ ਗੁਰਦਿਓ ਤਾਂ ਜਨਮ ਨਾ ਮਰੈ, ਜਿਉਂਦਿਆਂ ਮਰਦਾ ਨਹੀਂ, ਜਿਸ ਨੂੰ ਆਪਾਂ ਬਾਣੀ 'ਚ ਰੋਜ਼ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਉ। ਆਤਮਕ ਮੌਤ ਦੀ ਗ੍ਰਿਫਤ ਵਿੱਚ ਨਹੀਂ ਆਉਂਦਾ। ਜੋ ਗੁਰਦਿਓ 8-10 ਵਿਵਹਾਰ, ਜੋ ਗੁਰਦਿਓ 18 ਪਾਰ। 8 ਤੇ 10 18, 8-10 ਵਿਵਹਾਰ। 18 ਪੁਰਾਣਾਂ ਦੀਆਂ ਕਥਾਵਾਂ ਨੂੰ ਸੁਣਨਾ, ਧਰਮ ਗ੍ਰੰਥਾਂ ਨੂੰ ਪੜ੍ਹਨਾ, ਉਹਨਾਂ ਦੇ ਮੁਤਾਬਕ ਉਹਨਾਂ ਤੇ ਯਕੀਨ ਪਾਲਣਾ। ਅਜਿਹੇ ਵਿਵਹਾਰਾਂ ਤੋਂ ਉਹਦਾ ਖਹਿੜਾ ਛੁੱਟ ਜਾਂਦਾ ਹੈ। ਜੋ ਗੁਰਦਿਓ 18 ਭਾਰ ਦਾ ਮਤਲਬ ਹੁੰਦਾ ਸਾਰੀ ਕੁੱਲ ਬਨਸਪਤੀ ਨੂੰ। ਭਾਰਤੀ ਵਿਦਵਾਨਾਂ ਨੇ ਇੱਕ ਸ਼ਬਦ ਉਹਦੇ ਲਈ ਵਰਤਿਆ 18 ਭਾਰ। ਭਾਰ ਦੀ ਆਪਣੀ ਕਿਸਮ ਹੁੰਦੀ ਹੈ, ਇਹ ਵੇਟ ਦਾ ਇੱਕ ਹਿੱਸਾ ਹੈ। ਸਮਝੋ ਸਾਰੀ ਬਨਸਪਤੀ 18 ਭਾਰ ਹੀ ਉਹਨੇ ਵਾਹਿਗੁਰੂ ਅੱਗੇ ਭੇਟਾ ਕਰ ਲਿਆ। ਉਹਦਾ ਆਪਾ ਸਮਰਪਿਤ ਹੋਣਾ ਹੀ ਹਰ ਕਿਸਮ ਦੀ ਭੇਟਾ ਹੈ। ਤਨ ਮਨ ਅਰਪੋਂ ਪੂਜ ਚਰਮ। ਤੋ ਅਖੀਰਲੇ ਵਾਕ ਵਿੱਚ ਫਰਮਾਉਂਦੇ ਨੇ ਬਿਨ ਗੁਰਦੇਵ ਅਵਰ ਨਹੀਂ ਕਾਈ, ਅਵਰ ਨਹੀਂ ਜਾਈ। ਬਿਨਾਂ ਗੁਰਦੇਵ ਤੋਂ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਮਨੁੱਖ ਦਾ ਆਤਮਕ ਜੀਵਨ ਸਵਰ ਸਕੇ। ਨਾਮ ਦਿਓ ਗੁਰ ਕੀ ਸ਼ਰਨਾਈ। ਇਸ ਲਈ ਨਾਮਦੇਵ ਗੁਰੂ ਦੀ ਸ਼ਰਨ, ਗੁਰੂ ਦੀ ਪਨਾਹ ਵਿੱਚ ਹੈ, ਗੁਰੂ ਦੇ ਸਨਮੁਖ ਸਮਰਪਿਤ ਹੈ। ਗੁਰੂਦੇਵ ਮਿਹਰ ਕਰਨ। ਸ਼ਬਦ ਦਾ ਭਾਵ ਸਾਡੇ ਮਨ ਹਿਰਦਿਆਂ ਵਿੱਚ ਵਸੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।